ਅੰਮ੍ਰਿਤਸਰ ਜਲਦ ਖੁੱਲ ਸਕਦਾ ਹੈ ਜਾਮ। ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਰਾਹ ਖੋਲਣ ਨੂੰ ਲੈ ਕੇ ਬਣੀ ਸਹਿਮਤੀ, ਪਰ ਧਰਨਾ ਰਹੇਗਾ ਜਾਰੀ। ਕਿਸਾਨਾਂ ਨੇ ਭੰਡਾਰੀ ਪੁਲ ਦੇ ਉੱਤੇ ਲਗਾ ਰੱਖਿਆ ਧਰਨਾ। ਫਰੀਦਕੋਟ ਦੇ ਵਿੱਚ ਵੀ ਹਾਈਵੇ ਜਾਮ। ਕਾਨੂੰਨ ਵਿਵਸਥਾ ਤੇ ਵਿਰੋਧੀਆਂ ਨੂੰ ਸੀਐਮ ਦਾ ਜਵਾਬ। ਕਿਹਾ ਗੈਂਗਸਟਰ ਪੈਦਾ ਕਰਨ ਵਾਲੇ ਮੰਗ ਰਹੇ ਨੇ ਅਮਨ ਸ਼ਾਂਤੀ ਦਾ ਜਵਾਬ। ਇਦਾਂ ਲੱਗ ਰਿਹਾ ਹੈ ਜਿਵੇਂ ਤਾਲਿਬਾਨੀ ਕੱਢ ਰਹੇ ਹੋਣ ਕੈਂਡਲ ਮਾਰਚ। ਨਿਊਜ਼ 18 ਦੇ ਮੰਚ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦਿੱਤੇ ਬਿਆਨ ਤੇ ਗਰਮਾਈ ਸਿਆਸਤ। ਸੀਐਮ ਮਾਨ ਬੋਲੇ ਪੰਜਾਬ 'ਚ ਯੂਪੀ ਬਿਹਾਰ ਤੋਂ ਘੱਟ ਅਪਰਾਧ, ਛੋਟੀਆਂ-ਮੋਟੀਆਂ ਘਟਨਾਵਾਂ ਤੇ ਬੇਵਜ੍ਹਾ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਬਦਨਾਮ। ਅੰਮ੍ਰਿਤਸਰ ਦੇ ਵਿੱਚ 800 ਕਰੋੜ ਦਾ ਨਸ਼ਾ ਹੋਇਆ ਸੁਆਹ। ਪੁਲਿਸ ਨੇ 151 ਕਿਲੋ ਹੈਰੋਇਨ ਅਤੇ 11 ਕੁਇੰਟਲ ਭੁੱਕੀ ਕੀਤੀ ਨਸ਼ਟ। ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤਾ ਗਿਆ ਸੀ ਇਹ ਨਸ਼ਾ। 20 ਕਿਲੋ ਹੈਰੋਇਨ ਮਾਮਲੇ 'ਚ ਮੁਲਜ਼ਮ ਦਾ 6 ਦਿਨ ਦਾ ਮਿਲਿਆ ਰਿਮਾਂਡ। ਐਨਸੀਬੀ ਨੇ ਕੱਲ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚੋਂ ਬਰਾਮਦ ਕੀਤੀ ਸੀ ਹੈਰੋਇਨ। ਗੜਜੋੜ ਤੇ ਮਲੂਕਾ ਦੇ ਬਿਆਨ ਨੇ ਛਿੜੀ ਨਵੀਂ ਚਰਚਾ। ਬੋਲੇ ਅਕਾਲੀ ਦਲ ਦਾ ਬੀਜੇਪੀ ਤੋਂ ਬਿਨਾਂ ਕਿਸੇ ਹੋਰ ਵੀ ਪਾਰਟੀ ਦੇ ਨਾਲ ਨਹੀਂ ਹੋ ਸਕਦਾ ਸਮਝੌਤਾ। ਜੇ ਹੋਇਆ ਅਲਾਇੰਸ ਤਾਂ ਵੱਡਾ ਭਰਾ ਹੋਵੇਗਾ ਅਕਾਲੀ ਦਲ, ਪਰ ਬੀਜੇਪੀ ਨੇ ਗੜਜੋੜ ਤੋਂ ਕੀਤੀ ਕੋਰੀ ਨਾ। ਅਕਾਲ ਤਖਤ ਸਾਹਿਬ ਤੇ 26 ਨਵੰਬਰ ਨੂੰ ਹੋਵੇਗੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ। ਬੰਦੀ ਸਿੱਖਾਂ ਸਣੇ ਅਹਿਮ ਮਸਲਿਆਂ ਤੇ ਹੋਵੇਗੀ ਚਰਚਾ। ਕਮਲਨਾਥ ਨੂੰ ਸਨਮਾਨਿਤ ਕਰਨ ਦਾ ਵੀ ਉੱਠੇਗਾ ਮੁੱਦਾ। ਸੀਐਮ ਭਗਵੰਤ ਮਾਨ ਨੇ ਹਲਵਾਰਾ 에ਅਰਪੋਰਟ ਆਮ ਪਬਲਿਕ ਦੇ ਲਈ ਸ਼ੁਰੂ ਕਰਨ ਦਾ ਕੀਤਾ ਐਲਾਨ। ਬੋਲੇ ਸਿਵਲ ਟਰਮੀਨਲ ਦਾ ਚੱਲ ਰਿਹਾ ਹੈ ਕੰਮ, ਕੇਂਦਰ ਦੇ ਸਹਿਯੋਗ ਦੇ ਨਾਲ ਸ਼ੁਰੂ ਹੋਵੇਗਾ 에ਅਰਪੋਰਟ। ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ G20 ਦੀ ਪ੍ਰਧਾਨਗੀ। ਪ੍ਰਧਾਨ ਮੰਤਰੀ ਬੋਲੇ ਇਹ ਦੇਸ਼ ਦੇ ਹਰ ਨਾਗਰਿਕ ਦੇ ਲਈ ਮਾਣ ਵਾਲੀ ਗੱਲ। ਅਗਲੇ ਸਾਲ ਅੰਮ੍ਰਿਤਸਰ ਦੇ ਵਿੱਚ ਹੋਵੇਗਾ G20 ਸਿਖਰ ਸੰਮੇਲਨ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕਈ ਘੰਟਿਆਂ ਦੇ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਜਾਗੇ, ਜਦੋਂ ਧਰਨੇ ਪ੍ਰਦਰਸ਼ਨ ਦੇ ਵਿਚਾਲੇ ਸਹਿਮਤੀ ਪ੍ਰਸ਼ਾਸਨ ਦੇ ਨਾਲ ਬਣ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਤੇ ਅੰਮ੍ਰਿਤਸਰ ਜਾ ਰਹੇ ਤੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਜਿਹੜੇ ਇਸ ਸਮੇਂ ਲੋਕ ਨੇ ਉਹਨਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ। ਜਲਦ ਅੰਮ੍ਰਿਤਸਰ ਵਾਲਾ ਜਿਹੜਾ ਭੰਡਾਰੀ ਪੁਲ ਦੇ ਉੱਤੇ ਜਾਮ ਲੱਗਿਆ ਹੋਇਆ ਸੀ ਉਹ ਖੁੱਲ ਸਕਦਾ ਹੈ। ਰਾਹ ਖੋਲਣ ਦੇ ਉੱਤੇ ਸਹਿਮਤੀ ਬਣ ਚੁੱਕੀ ਹੈ, ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਧਰਨਾ ਖਤਮ ਕਰਨ ਨੂੰ ਲੈ ਕੇ ਜਿਹੜੀ ਸਹਿਮਤੀ ਨਹੀਂ ਬਣ ਸਕੀ, ਹਾਂ ਜਾਮ ਨੂੰ ਲੈ ਕੇ ਜ਼ਰੂਰ ਸਹਿਮਤੀ ਬਣ ਗਈ ਹੈ ਕਿ ਲੋਕ ਖੱਜਲ ਖੁਆਰ ਹੋ ਰਹੇ ਨੇ। ਇਸ ਕਰਕੇ ਭੰਡਾਰੀ ਪੁਲ ਦੇ ਉੱਤੇ ਜੋ ਕਿਸਾਨਾਂ ਨੇ ਧਰਨਾ ਲਗਾਇਆ ਉਸ ਨੂੰ ਖਤਮ ਕਰਨ ਨੂੰ ਲੈ ਕੇ ਸਹਿਮਤੀ ਜ਼ਰੂਰ ਦੋਵੇਂ ਧਿਰਾਂ ਦੇ ਵਿਚਾਲੇ ਬਣ ਗਈ। ਤਾਂ ਅੰਮ੍ਰਿਤਸਰ ਵਾਲਿਆਂ ਦੇ ਲਈ ਇਹ ਰਾਹਤ ਭਰੀ ਖਬਰ ਜ਼ਰੂਰ ਹੈ। ਔਰ ਭੰਡਾਰੀ ਪੁਲ ਬਹੁਤ ਇੱਕ ਬਿਜ਼ੀ ਇਲਾਕਾ ਹੈ ਔਰ ਸ਼ਾਮ ਦੇ ਸਮੇਂ ਇੱਥੇ ਜ਼ਬਰਦਸਤ ਜਾਮ ਲੱਗਿਆ ਹੋਇਆ ਨਜ਼ਰ ਆਇਆ, ਜੋ ਕਿਤੇ ਨਾ ਕਿਤੇ ਜਿਹੜੇ ਲੋਕ ਅੰਮ੍ਰਿਤਸਰ ਦੇ ਵਸਨੀਕ ਨੇ ਉਹਨਾਂ ਦੇ ਲਈ ਦਿੱਕਤ, ਤੇ ਖਾਸ ਤੌਰ ਤੇ ਜਿਹੜੇ ਬਾਹਰੋਂ ਲੋਕ ਜਾਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ, ਉਹਨਾਂ ਦੇ ਲਈ ਵੀ ਇੱਕ ਦਿੱਕਤ ਵਾਲੀ ਗੱਲ ਜ਼ਰੂਰ ਸੀ। ਜ਼ਬਰਦਸਤ ਪਰੇਸ਼ਾਨੀ ਸੀ। ਕਈ ਘੰਟਿਆਂ ਤੱਕ ਲੋਕ ਪਰੇਸ਼ਾਨ ਹੁੰਦੇ ਰਹੇ। ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਆਮ ਤੌਰ ਤੇ ਹੀ ਬਹੁਤ ਟ੍ਰੈਫਿਕ ਹੁੰਦਾ ਹੈ, ਖਾਸ ਤੌਰ ਤੇ ਸ਼ਾਮ ਨੂੰ 6, 7, 8 ਵਜੇ ਤਾਂ ਇਸ ਨੂੰ ਪੀਕ ਆਵਰਸ ਕਿਹਾ ਜਾਂਦਾ ਹੈ। ਤਾਂ ਉਸ ਸਮੇਂ ਤਾਂ ਬਹੁਤ ਟ੍ਰੈਫਿਕ ਹੁੰਦਾ ਹੈ। ਆਮ ਦਿਨਾਂ ਦੇ ਵਿੱਚ ਜੇਕਰ ਕੋਈ ਜਾਮ ਨਾ ਵੀ ਹੋਵੇ, ਕੋਈ ਧਰਨਾ ਪ੍ਰਦਰਸ਼ਨ ਨਾ ਹੋਵੇ, ਤਾਂ ਵੀ ਬਹੁਤ ਟਾਈਮ ਲੱਗਦਾ ਹੈ। ਹੌਲੀ-ਹੌਲੀ ਗੱਡੀਆਂ ਅੱਗੇ ਵੱਧਦੀਆਂ ਨੇ ਤੇ ਲੋਕ ਆਪਣੇ ਘਰਾਂ ਤੱਕ ਪਹੁੰਚਦੇ ਨੇ, ਪਰ ਜਦੋਂ ਇਸ ਤਰੀਕੇ ਨਾਲ ਧਰਨਾ ਲੱਗ ਜਾਂਦਾ ਹੈ ਤਾਂ ਫਿਰ ਦਿੱਕਤ ਲੋਕਾਂ ਦੀ ਖਾਸੀ ਵੱਧ ਜਾਂਦੀ ਹੈ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਪ੍ਰੀਤ ਸਿੰਘ ਸੂਦਨ ਜੀ ਜੁੜ ਰਹੇ ਨੇ, ਡੀਸੀ ਨੇ ਅੰਮ੍ਰਿਤਸਰ ਦੇ। ਸਰ ਬਹੁਤ-ਬਹੁਤ ਸਵਾਗਤ ਹੈ। ਸਹਿਮਤੀ ਬਣ ਚੁੱਕੀ ਹੈ, ਧਰਨਾ ਖਤਮ ਹੋ ਗਿਆ। ਜੇਕਰ ਤੁਸੀਂ ਜਾਣਕਾਰੀ ਦੇ ਸਕੋ ਕਿਉਂਕਿ ਬਹੁਤ ਪਰੇਸ਼ਾਨੀ ਲੋਕਾਂ ਨੂੰ ਹੋਈ ਹੈ ਇਸ ਜਾਮ ਦੀ ਵਜ੍ਹਾ ਦੇ ਨਾਲ। ਹਾਂਜੀ, ਧੰਨਵਾਦ ਗੌਰਵ ਜੀ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੀ ਜਿਹੜੀ ਪਬਲਿਕ ਹੈ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਹਨਾਂ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹਾਂਗਾ ਕਿ ਇਹ ਜਿਹੜਾ ਸਾਡੀ ਲਾਈਫਲਾਈਨ ਹੈਗੀ ਹੈ ਅੰਮ੍ਰਿਤਸਰ ਸ਼ਹਿਰ ਦੀ ਭੰਡਾਰੀ ਪੁਲ, ਕਿ ਇਹ ਅੱਜ ਜਾਮ ਹੋਇਆ ਤੇ ਜਿਹੜੀ ਵੀ ਪਬਲਿਕ ਇਸ ਦੇ ਕਾਰਨ ਸਾਰੀ ਹੈਗੀ ਹੈ, ਬੜੀ ਮੰਦਭਾਗੀ ਗੱਲ ਮੈਂ ਮੰਨਦਾ ਇਸ ਨੂੰ। ਤੇ ਪ੍ਰਸ਼ਾਸਨ ਨਿਰਵਿਘਨ ਲੱਗਿਆ ਹੋਇਆ ਸੀਗਾ ਸਵੇਰ ਤੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਵਿੱਚ, ਤੇ ਹੁਣੇ ਅਸੀਂ ਜਿਹੜਾ ਉਹਨਾਂ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਸਾਡੀ ਮੀਟਿੰਗ ਦੀ ਸਮਾਪਤੀ ਹੋਈ ਹੈ। ਜਿੱਥੇ ਤੱਕ ਅੰਮ੍ਰਿਤਸਰ ਲੋਕਲ ਕੁਝ ਮੁੱਦੇ ਸੀਗੇ
ਉਹਨਾਂ ਬਾਰੇ ਉਹਨਾਂ ਦੀ ਨਾਲ ਸਾਰੀ ਸਮੀਖਿਆ ਕਰਨ ਤੋਂ ਬਾਅਦ ਉਹਨਾਂ ਨੂੰ ਲਿਖਤੀ ਆਸ਼ਵਾਸਨ ਦੇ ਦਿੱਤੇ ਗਏ ਨੇ ਤੇ ਜਿਹੜਾ ਲਿਖਤੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਸੰਤੁਸ਼ਟੀ ਜਤਾਉਂਦੇ ਹੋਏ ਇਹ ਅਗਰੀ ਕਰ ਲਿਆ ਕਿ ਉਹ ਜਿਹੜਾ ਹੈ ਭੰਡਾਰੀ ਪੁਲ ਦੇ ਜਿਹੜੇ ਰੋਡਸ ਉਹਨਾਂ ਨੇ ਵੱਖਰੇ ਵੱਖਰੇ ਜਾਮ ਕੀਤੇ ਹੋਏ ਨੇ ਉਹ ਖੋਲ ਦੇਣਗੇ ਤੇ ਬੜੀ ਸ਼ਾਰਟਲੀ ਉਹ ਉੱਥੇ ਖੁੱਲ ਜਾਣਗੇ। ਜਿੱਥੇ ਤੱਕ ਕੁਝ ਸੂਬਾ ਪੱਧਰ ਦੇ ਜਿਹੜੇ ਮੁੱਦੇ ਸੀਗੇ ਉਹਨਾਂ ਨੂੰ ਲੈ ਕੇ ਆਈ ਬਿਲੀਵ ਕਿ ਉਹ ਹਲੇ ਵੀ ਆਪਣੀ ਜਿਹੜੀ ਉਹ ਹੈਗੀ ਹੈ ਕਾਰਗੁਜ਼ਾਰੀ ਉਹਨੂੰ ਅੱਗੇ ਕੰਟੀਨਿਊ ਕਰਨਗੇ। ਪਰ ਅਸੀਂ ਉਹਨਾਂ ਨਾਲ ਜਿਹੜੀ ਅੰਡਰਸਟੈਂਡਿੰਗ ਤੇ ਪਹੁੰਚੇ ਆ ਉਹ ਇਹੀ ਹੈ ਕਿ ਇਸ ਕਾਰਗੁਜ਼ਾਰੀ ਵਿੱਚ ਜਿਹੜੀ ਸਾਡੀ ਅੰਮ੍ਰਿਤਸਰ ਦੀ ਲਾਈਫ ਲਾਈਨ ਹੈ ਉਹਨੂੰ ਨਾ ਉਹ ਕੀਤਾ ਜਾਵੇ, ਰੋਕਿਆ ਜਾਵੇ ਅਤੇ ਜਿਹੜਾ ਸੰਵਿਧਾਨਿਕ ਹੱਕ ਹੈਗਾ ਪ੍ਰਦਰਸ਼ਨ ਦਾ, ਧਰਨੇ ਦਾ, ਉਹ ਕਿਸੇ ਹੋਰ ਢੁਕਵੀਂ ਥਾਂ ਤੇ ਜਾਂ ਜਿੱਥੇ ਪਬਲਿਕ ਨੂੰ ਘੱਟ ਤੋਂ ਘੱਟ ਕੋਈ ਦੁੱਖ ਤਕਲੀਫ ਦਾ ਸਾਹਮਣਾ ਕਰਨਾ ਪਵੇ, ਇਨਕਨਵੀਨੀਅੰਸ ਦਾ ਸਾਹਮਣਾ ਕਰਨਾ ਪਵੇ, ਉੱਥੇ ਸ਼ਿਫਟ ਕਰ ਦਿੱਤਾ ਜਾਵੇ। ਜੀ ਸਰ, ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੇ ਨਾਲ ਕਿਹੜੇ ਪੁਆਇੰਟਸ ਨੇ ਜੇਕਰ ਤੁਸੀਂ ਸਾਂਝੇ ਕਰ ਸਕੋਗੇ ਜਿਨ੍ਹਾਂ ਦੇ ਉੱਤੇ ਸਹਿਮਤੀ ਬਣ ਗਈ ਹੈ, ਜਿਨ੍ਹਾਂ ਨੂੰ ਲੈ ਕੇ ਪੂਰਾ ਪ੍ਰੋਟੈਸਟ ਸੀ? ਜੀ ਉਹਨਾਂ ਦੇ ਕੁਝ ਪੁਆਇੰਟ, ਇੱਕ ਤਾਂ ਜਿਹੜਾ ਐਕੁਜ਼ੀਸ਼ਨ ਹੋਈ ਹੈ ਇੱਥੇ ਲੈਂਡ ਐਕੁਜ਼ੀਸ਼ਨ, ਉਹਦੇ ਵਿੱਚ ਕਿਸੇ ਪਾਰਟਿਕੂਲਰ ਆਫਿਸਰ ਦੇ ਖਿਲਾਫ ਉਹਨਾਂ ਦੀਆਂ ਕੁਝ ਉਹ ਹੈਗੀਆਂ ਸੀਗੀਆਂ ਮਿਸਗਿਵਿੰਗਸ ਹੈਗੀਆਂ ਸੀ ਤੇ ਉਹਦੇ ਉੱਤੇ ਜੋ ਇਨਕੁਆਇਰੀ ਕਰਕੇ ਕਾਰਵਾਈ ਕਰਨ ਦੀ ਉਹਨਾਂ ਦੀ ਮੰਗ ਸੀਗੀ। ਉਹ ਕਾਰਵਾਈ ਪਹਿਲਾਂ ਹੀ ਜੇਰੇ ਕਾਰਵਾਈ ਸੀਗੀ, ਇਟ ਵਾਜ਼ ਆਲਰੇਡੀ ਅੰਡਰ ਪ੍ਰੋਸੈਸ, ਬਸ ਉਹਨੂੰ ਹੀ ਸਪੀਡ ਅਪ ਕਰਨ ਦੀ ਉਹਨਾਂ ਦੀ ਡਿਮਾਂਡ ਸੀਗੀ, ਜੋ ਅਸੀਂ ਅਸ਼ੋਰ ਕੀਤਾ ਹੈਗਾ ਕਿ ਵੀ ਵਿਲ ਬੀ ਏਬਲ ਟੂ ਸਪੀਡ ਇਟ ਅਪ। ਜਿਹੜੀ ਦੂਜੀ ਕਿੱਥੇ ਪਿੱਛੇ ਜੇ 2021 ਵਿੱਚ ਕੁਝ ਪਾਰਟਿਕੂਲਰ ਏਰੀਆ ਵਿੱਚ ਗੜੇਮਾਰੀ ਦੀ ਉਹ ਹੋਈ ਸੀਗੀ, ਫਸਲੀ ਖਰਾਬੀ ਹੋਈ ਸੀ, ਉਹਦੇ ਮੁਆਵਜ਼ੇ ਨੂੰ ਲੈ ਕੇ ਹਾਲੇ ਤੱਕ ਦੇਰੀ ਥੋੜੀ ਚੱਲ ਰਹੀ ਸੀ। ਉਸ ਨੂੰ ਲੈ ਕੇ ਵੀ ਉਹਨਾਂ ਦੀ ਜਿਹੜੀ ਹੈਗੀ ਆ ਡਿਮਾਂਡ ਸੀ ਕਿ ਜਲਦ ਤੋਂ ਜਲਦ ਇਹਦੇ ਤੇ ਪੂਰੀ ਕਾਰਵਾਈ ਕਰਕੇ ਫਸਲੀ ਮੁਆਵਜ਼ਾ ਜਿਹੜਾ ਹੈ ਗੜੇਮਾਰੀ ਦਾ ਉਹ ਦਿੱਤਾ ਜਾਵੇ। ਉਹ ਵੀ ਆਸ਼ਵਾਸਨ ਦੇ ਦਿੱਤਾ ਗਿਆ ਹੈਗਾ। ਅਤੇ ਤੀਜੀ ਜਿਹੜੀ ਉਹਨਾਂ ਦੀ ਮੰਗ ਸੀਗੀ, ਇੱਕ ਪਿੱਛੇ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਬੱਸ ਦੇ ਨਾਲ ਇੱਕ ਵਿਅਕਤੀ ਦੀ ਡੈਥ ਹੋ ਗਈ ਸੀਗੀ ਇੱਕ ਹਾਦਸੇ ਵਿੱਚ। ਉਹਦੇ ਪਰਿਵਾਰ ਲਈ ਨਿਯਮਾਂ ਮੁਤਾਬਕ ਜੋ ਮੁਆਵਜ਼ਾ ਬਣਦਾ ਹੈਗਾ ਸਰਕਾਰੀ ਬੱਸ ਹੋਣ ਕਰਕੇ, ਉਹਦੇ ਲਈ ਉਹਨਾਂ ਦੀ ਮੰਗ ਸੀ, ਉਹ ਵੀ ਉਹਨਾਂ ਨੂੰ ਆਸ਼ਵਾਸਨ ਦੇ ਦਿੱਤਾ ਗਿਆ ਕਿ ਇਹ ਹੋ। ਸਰ, ਤੁਹਾਨੂੰ ਲੱਗਦਾ ਕਿ 2-3 ਘੰਟੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਇਹ ਸਹਿਮਤੀ ਤੱਕ ਪਹੁੰਚਦੇ ਕਿਉਂਕਿ ਬਹੁਤ ਸਾਰੇ ਲੋਕ ਖੱਜਲ ਖੁਆਰ ਹੋਏ ਨੇ? ਤੁਸੀਂ ਖੁਦ ਸਮਝਦੇ ਹੋ ਕਿ ਪੀਕ ਆਵਰਸ ਹੁੰਦੇ ਨੇ ਤੇ ਉਸ ਸਮੇਂ ਕਿੰਨੀ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਹੋਈ ਹੋਏਗੀ ਇਸ ਟ੍ਰੈਫਿਕ ਜਾਮ ਦੀ ਵਜ੍ਹਾ ਨਾਲ? ਬਿਲਕੁਲ ਗੌਰਵ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਸੇ ਲਈ ਜੇ ਤੁਸੀਂ ਦੇਖੋਗੇ ਮੈਂ ਸ਼ੁਰੂਆਤ ਹੀ ਪਹਿਲਾਂ ਇੱਕ ਅਪੋਲੋਜੀ ਤੋਂ ਕੀਤੀ ਹੈ ਸਾਰੀ ਪਬਲਿਕ ਨੂੰ। ਜਿੱਥੇ ਤੱਕ ਤਾਂ ਲੋਕਲ ਮੁੱਦਿਆਂ ਦੀ ਗੱਲ ਹੈ ਜੀ, ਉਹ ਤਾਂ ਸਹਿਮਤੀ ਬੜੀ ਛੇਤੀ ਬਣ ਗਈ ਸੀਗੀ ਕਿਉਂਕਿ ਉਹ ਕਾਰਵਾਈ ਅਸੀਂ ਪਹਿਲਾਂ ਹੀ ਜੇਰੇ ਕਾਰਵਾਈ ਸੀਗੇ ਤਾਂ ਸਾਨੂੰ ਅਸ਼ੋਰੈਂਸ ਦੇਣ 'ਚ ਕੋਈ ਦੇਰੀ ਨਹੀਂ ਹੋਈ। ਪਰ ਪਹਿਲਾਂ ਜੋ ਇਨਸਿਸਟੈਂਸ ਸੀਗੀ ਉਹ ਇਹ ਸੀ ਕਿ ਵੀ ਜਿਹੜੇ ਸੂਬਾ ਪੱਧਰ ਦੇ ਮੁੱਦੇ ਹੈ ਉਹਨਾਂ ਦਾ ਵੀ ਹੱਲ ਅੱਜ ਹੀ ਕੱਢਿਆ ਜਾਵੇ ਤੇ ਉਹਦੇ ਵਿੱਚ ਹੀ ਕਨਵਿੰਸ ਕਰਨ ਵਿੱਚ ਤੇ ਇਸ ਕੰਸੈਂਸਸ ਤੇ ਲਿਆਉਣ ਵਿੱਚ ਸਮਾਂ ਲੱਗ ਗਿਆ ਕਿ ਵੀ ਸੂਬਾ ਪੱਧਰੀ ਮੁੱਦਿਆਂ ਨੂੰ ਥੋੜੀ ਕਾਰਵਾਈ ਵਿੱਚ, ਕਿਉਂਕਿ ਨੈਚੁਰਲੀ ਸੂਬਾ ਪੱਧਰ ਦੇ ਨੇ ਤਾਂ ਸਮਾਂ ਲੱਗੂਗਾ ਹੀ, ਤੋ ਇੰਨੀ ਦੇਰ ਅਸੀਂ ਅਫੋਰਡ ਨਹੀਂ ਕਰ ਸਕਦੇ ਜਿਹੜਾ ਆਪਣਾ ਭੰਡਾਰੀ ਪੁਲ ਦਾ ਜਾਮ। ਸੋ ਉਹਨਾਂ ਨੂੰ ਉਹ ਕਨਵਿੰਸ ਕਰਨ ਵਿੱਚ ਥੋੜਾ ਸਮਾਂ ਲੱਗਿਆ, ਪਰ ਵੀ ਹੈਵ ਬੀਨ ਏਬਲ ਟੂ ਫਾਈਨਲੀ ਕਨਵਿੰਸ them। ਸਰ, ਮੇਰਾ ਇੱਕ ਲਾਸਟ ਕੁਐਸਚਨ ਹੈ, ਇਹ ਲੋਕਾਂ ਦਾ ਸਿੱਧਾ ਸਵਾਲ ਹੋਏਗਾ ਮੈਨੂੰ ਲੱਗਦਾ ਹੈ, ਜਿਹੜੇ ਵੀ ਇਸ ਸਮੇਂ ਆਪਾਂ ਨੂੰ ਸੁਣ ਰਹੇ ਨੇ, ਲੋਕ ਇਹ ਸਮਝਣਾ ਚਾਹੁੰਦੇ ਨੇ ਕਿ ਐਡਮਿਨਿਸਟ੍ਰੇਟਰ ਤੌਰ ਦੇ ਉੱਤੇ ਕਿ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਨਿਕਲ ਸਕਦਾ, ਕਿ ਲੋਕ ਆਪਣੇ ਘਰਾਂ ਤੋਂ ਨਿਕਲਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅੰਮ੍ਰਿਤਸਰ 'ਚ ਕਿਹੜੀ ਰੋਡ ਜਾਮ ਹੋਏਗੀ ਜਾਂ ਫਿਰ ਬਠਿੰਡੇ 'ਚ ਕਿਹੜੀ ਰੋਡ ਜਾਮ ਹੋਏਗੀ। ਤੁਸੀਂ ਅੰਮ੍ਰਿਤਸਰ ਨੂੰ ਲੀਡ ਕਰ ਰਹੇ ਹੋ ਇਸ ਸਮੇਂ, ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਤਾਂ ਪੱਕਾ ਸੋਲੂਸ਼ਨ ਹੋਣਾ ਚਾਹੀਦਾ ਹੈ ਕਿ ਘੱਟੋ ਘੱਟ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਸੰਗਠਨ ਹੈ ਜਾ ਕੇ ਸੜਕ ਤੇ ਨਾ ਬੈਠ ਜਾਵੇ ਕਿ ਲੋਕ ਖੱਜਲ ਖੁਆਰ ਹੁੰਦੇ ਰਹਿਣ ਔਰ ਪਰੇਸ਼ਾਨੀ ਦੀ ਵਜ੍ਹਾ ਉਸ ਦੇ ਵਿੱਚ ਐਂਬੂਲੈਂਸ ਫਸੀਆਂ ਹੋਈਆਂ, ਢੇਰ ਹੈ ਪਰੇਸ਼ਾਨੀਆਂ ਦਾ। ਬਿਲਕੁਲ, ਇਹਦੇ ਵਿੱਚ ਦੇਖੋ ਮੈਂ ਵੀ ਪ੍ਰਸ਼ਾਸਕ ਤੋਂ ਇਲਾਵਾ ਇੱਕ ਆਪਣੇ ਸੂਬੇ ਦਾ ਆਮ ਬਸ਼ਿੰਦਾ ਹਾਂ, ਮੇਰਾ ਵੀ ਪਰਿਵਾਰ ਹੈ, ਮੇਰੇ ਵੀ ਯਾਰ ਮਿੱਤਰ ਨੇ ਜਿਹੜੇ ਇਹਨਾਂ ਹੀ ਸੜਕਾਂ ਤੇ ਸਾਰੇ ਤੁਰੇ ਫਿਰਦੇ ਨੇ। ਸਾਨੂੰ ਵੀ ਕੋਈ ਨਾ ਕੋਈ ਪਰੇਸ਼ਾਨੀਆਂ ਆਉਣਗੀਆਂ ਤਾਂ ਅਸੀਂ ਇਹਨਾਂ ਹੀ ਸੜਕਾਂ ਤੇ ਤੁਰਨਾ ਹੈ। ਮੈਂ ਤਾਂ ਆਪ ਦੇ ਰਾਹੀਂ ਇਹੀ ਇੱਕ ਸੁਨੇਹਾ ਦੇ ਸਕਦਾ ਕਿ ਜੀ ਜਿਹੜੀਆਂ ਵੀ ਜਥੇਬੰਦੀਆਂ ਜੇ ਉਹ ਕੋਈ ਧਰਨਾ ਮੁਜ਼ਾਹਰਾ ਕੋਈ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਤਾਂ ਹਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਡੈਜ਼ਿਗਨੇਟਿਡ ਸਪੌਟਸ ਤੈਅ ਕੀਤੇ ਜਾਂਦੇ ਨੇ। ਆਪਾਂ ਆਪਣਾ ਸੰਵਿਧਾਨਿਕ ਹੱਕ ਜਿਹੜਾ ਹੈ ਉਹਨਾਂ ਜੇ ਡੈਜ਼ਿਗਨੇਟਿਡ ਸਪੌਟਸ ਤੇ ਐਕਸਰਸਾਈਜ਼ ਕਰੀਏ ਫਿਰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਊਗੀ। ਪਰ ਜੇ ਅਸੀਂ ਮੇਨ ਜਿਹੜੀਆਂ ਲਾਈਫ ਲਾਈਨਸ ਹੈ, ਜਿਹੜੀਆਂ ਸਾਡੇ ਇਕੋਨਮੀ ਦੀਆਂ ਵੀ, ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੀਆਂ ਵੀ ਸੜਕਾਂ, ਜੇ ਅਸੀਂ ਉਹਨਾਂ ਨੂੰ ਟਾਰਗੇਟ ਹੀ ਕਰਾਂਗੇ
ਤਾਂ ਫਿਰ ਗੌਰਵ ਜੀ ਇਹ ਤਾਂ ਕਿਸੇ ਵੀ ਪ੍ਰਸ਼ਾਸਨ ਲਈ ਬੜਾ ਮੁਸ਼ਕਿਲ ਹੋ ਜਾਊਗਾ ਇਹ ਪ੍ਰਿਡਿਕਟ ਕਰਨਾ ਕਿ ਜੀ ਅੱਜ ਇੱਥੇ ਧਰਨਾ ਲੱਗ ਕੇ ਰੋਡ ਬੰਦ ਹੋ ਜੂਗੀ ਤੇ ਉਹ ਬੰਦ ਹੋ ਜੂਗੀ। ਐਂਡ ਇਨ ਕੇਸ ਆਫ ਅੰਮ੍ਰਿਤਸਰ ਅਨਫੋਰਚੂਨੇਟਲੀ ਬੜੀ ਸਾਡੇ ਲਈ ਅਨਫੋਰਚੂਨੇਟ ਇਹ ਹੈ ਕਿ ਭੰਡਾਰੀ ਪੁਲ ਦਾ ਕੋਈ ਆਲਟਰਨੇਟਿਵ ਵੀ ਨਹੀਂ ਹੈ, ਉਹ ਸੈਂਟਰਲ ਹੈ, ਤਾਂ ਅਸੀਂ ਕੋਈ ਡਾਇਵਰਜਨ ਦੇ ਕੇ ਟ੍ਰੈਫਿਕ ਕਿਸੇ ਹੋਰ ਪਾਸਿਓਂ ਵੀ ਨਹੀਂ ਕੱਟ ਸਕਦੇ। ਸੋ ਉਸ ਕਰਕੇ ਅੱਜ ਦੀ ਜਿਹੜੀ ਘਟਨਾ ਹੈਗੀ ਉਹਦੇ ਨਾਲ ਕਾਫੀ ਜੋ ਪਬਲਿਕ ਨੂੰ ਦੁੱਖ ਤਕਲੀਫ ਹੋਈ ਹੈ, ਉਹਦੇ ਲਈ ਮੈਂ ਅਪੋਲੋਜੀ ਤੋਂ ਇਲਾਵਾ ਹੋਰ ਇਹੀ ਕਹਿ ਸਕਦਾ ਕਿ ਵੀ ਅਸੀਂ ਭਵਿੱਖ ਵਿੱਚ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਜਥੇਬੰਦੀ ਵੱਲੋਂ ਜੇ ਰੋਸ਼ ਹੈ ਉਹ ਭੰਡਾਰੀ ਪੁਲ ਤੇ ਨਾ ਆਪਣਾ ਰੋਸ਼ ਦਿਖਾਣ ਤੇ ਡੈਜ਼ਿਗਨੇਟਿਡ ਸਪੌਟਸ ਤੇ ਸਾਡੇ ਨਾਲ ਆ ਕੇ ਤਾਲਮੇਲ ਕਰਨ। ਸ਼ੁਕਰੀਆ ਸਰ, ਧੰਨਵਾਦ। ਪਰ ਇੱਥੇ ਇੱਕ ਪੁਆਇੰਟ ਹੋਰ ਵੀ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਜੇ ਅਸੀਂ ਡੈਜ਼ਿਗਨੇਟਿਡ ਸਪੌਟ ਦੇ ਉੱਤੇ ਜਾ ਕੇ ਪ੍ਰਦਰਸ਼ਨ ਕਰੀਏ, ਯਾਨੀ ਸੜਕ ਤੋਂ ਹਟ ਕੇ, ਤੇ ਸ਼ਾਇਦ 3 ਘੰਟੇ 'ਚ ਗੱਲਬਾਤ ਹੋਈ ਹੈ ਤੇ ਸ਼ਾਇਦ 3 ਦਿਨ ਨਾ ਕੋਈ ਸੁਣੇ। ਇਹ ਆਮ ਤੌਰ ਤੇ ਉਹਨਾਂ ਦਾ ਇਲਜ਼ਾਮ ਹੁੰਦਾ ਹੈ, ਪਰ ਉਮੀਦ ਕਰਦੇ ਹਾਂ ਕਿ ਤੁਸੀਂ ਔਰ ਪ੍ਰਸ਼ਾਸਨ ਜ਼ਰੂਰ ਇਸ ਚੀਜ਼ ਵਾਲੇ ਪਾਸੇ ਵੀ ਧਿਆਨ ਦੇਗਾ ਕਿ ਜੇਕਰ ਕੋਈ ਸੜਕ ਦੇ ਕਿਨਾਰੇ ਬੈਠਾ ਵੀ ਪ੍ਰਦਰਸ਼ਨ ਕਰ ਰਿਹਾ ਤਾਂ ਸੁਣ ਤਾਂ ਉਸ ਦੀ ਵੀ ਲਈ ਜਾਏ ਕਿ ਉਹਨਾਂ ਨੂੰ ਸੜਕ ਜਾਮ ਕਰਨ ਦੀ ਜਿਹੜੀ ਨੌਬਤ ਨਾ ਆਵੇ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਹ ਦਿੱਕਤ ਹੈ ਇਸ ਸਮੇਂ ਜ਼ਰੂਰ ਪੰਜਾਬੀ ਮਹਿਸੂਸ ਕਰ ਰਹੇ ਨੇ, ਨਾ ਸਿਰਫ ਕਿਸਾਨ ਜਥੇਬੰਦੀਆਂ ਬਲਕਿ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਖੋਲ ਦਿੱਤਾ ਜਾਂਦਾ ਹੈ, ਸਿੱਧਾ ਰੁਕ ਦਿੱਤਾ ਜਾਂਦਾ ਹੈ ਸੜਕ ਦਾ, ਨੈਸ਼ਨਲ ਹਾਈਵੇ ਦਾ ਜਾਂ ਉਸ ਥਾਂ ਦਾ ਜਿੱਥੇ ਲੰਬੇ ਜਾਮ ਲੱਗ ਜਾਂਦੇ ਨੇ। ਇਨਫੈਕਟ ਰੇਲਵੇ ਟਰੈਕਸ ਨੂੰ ਵੀ ਜਿਹੜਾ ਜ਼ਰੂਰ ਜਾਮ ਦੇ ਵਿੱਚ ਸ਼ਾਮਲ ਕੀਤਾ ਗਿਆ ਪਿਛਲੇ ਕੁਝ ਸਮਾਂ ਦੇ ਵਿੱਚ। ਉਮੀਦ ਕਰਦੇ ਹਾਂ ਕਿ ਜ਼ਰੂਰ ਇਹ ਸਥਿਤੀ ਸੁਧਰੇਗੀ, ਆਮ ਲੋਕਾਂ ਦੀ ਦਿੱਕਤਾਂ ਦੂਰ ਹੋਣਗੀਆਂ। ਸਿੱਧਾ ਲੈ ਕੇ ਚੱਲਦੇ ਹਾਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਸਹਿਮਤੀ ਬਣੀ ਹੈ, ਜਾਮ ਖੋਲਣ ਨੂੰ ਲੈ ਕੇ ਧਰਨਾ ਜਾਰੀ ਰਹੇਗਾ। ਔਰ ਦੂਜੇ ਪਾਸੇ ਫਰੀਦਕੋਟ ਦਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਨਰੇਸ਼ ਸੇਠੀ। ਔਰ ਫਰੀਦਕੋਟ ਦੇ ਵਿੱਚ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਧਰਨਾ ਪ੍ਰਦਰਸ਼ਨ ਇਸ ਸਮੇਂ ਜਾਰੀ ਹੈ। ਨਰੇਸ਼ ਦੱਸੋ, ਇਸ ਸਮੇਂ ਧਰਨਾ ਪ੍ਰਦਰਸ਼ਨ ਕਿੱਥੇ ਜਾਰੀ ਹੈ? ਕਿ ਕੋਈ ਰੋਡ ਜਾਮ ਕਰ ਦਿੱਤੀ ਗਈ ਹੈ? ਇਹ ਕਿਹੜੀ ਰੋਡ ਹੈ? ਕਿ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਜਾਂ ਨਹੀਂ? ਬਿਲਕੁਲ ਗੌਰਵ, ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਜਿਹੜੇ ਕਿਸਾਨਾਂ ਨੇ ਜਿਹੜਾ ਐਲਾਨ ਕੀਤਾ ਸੀਗਾ ਕਿ ਨੈਸ਼ਨਲ ਹਾਈਵੇ 54 ਤੇ ਟੈਨਾ ਟੀ ਪੁਆਇੰਟ ਜਿਹੜਾ ਕਿ ਮੁੱਖ ਸ਼ਹਿਰ ਦੀਆਂ 2 ਜਿਹੜੀਆਂ ਮੇਨ ਸੜਕਾਂ ਜਿਨ੍ਹਾਂ ਨੂੰ ਸ਼ਹਿਰਾਂ ਨੂੰ ਜੋੜਿਆ ਜਾਂਦਾ ਹੈ, ਉਸ ਸੜਕ ਤੇ ਉਹ ਟੀ ਪੁਆਇੰਟ ਤੇ ਜਿਹੜਾ ਇਹਨਾਂ ਕਿਸਾਨਾਂ ਵੱਲੋਂ ਜਾਮ ਲਾਇਆ ਗਿਆ ਸੀਗਾ। ਹਾਲਾਂਕਿ ਜਿਹੜੀਆਂ ਪ੍ਰਸ਼ਾਸਨ ਵੱਲੋਂ ਡਾਇਵਰਜਨ ਦਿੱਤੇ ਗਏ ਸੀਗੇ ਕਿ ਛੋਟੀਆਂ ਗੱਡੀਆਂ ਜ਼ਰੂਰ ਜਿਹੜੀਆਂ ਪਿੰਡਾਂ ਵਿੱਚ ਦੀ ਜਿਹੜੀਆਂ ਲੰਘਦੀਆਂ ਕਰ ਦਿੱਤੀਆਂ ਗਈਆਂ ਸੀ, ਪਰ ਵੱਡੀਆਂ ਗੱਡੀਆਂ ਨੂੰ ਇਸ ਵੇਲੇ ਵੱਡੀ ਦਿੱਕਤ ਹੈ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕਿ ਜਿਹੜੀਆਂ ਟਰਾਂਸਪੋਰਟ ਕੰਪਨੀ ਦੀਆਂ ਜਿਹੜੀਆਂ ਗੱਡੀਆਂ ਨੇ ਜਿਨ੍ਹਾਂ ਨੇ ਟਰਾਂਸਪੋਰਟ ਕਰਨਾ ਹੁੰਦਾ, ਸਮਾਨ ਇੱਧਰ ਉੱਧਰ ਕਰਨਾ ਹੁੰਦਾ ਹੈ, ਉਹ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਜਿਹੜੀਆਂ ਫਰੀਦਕੋਟ ਵਿੱਚ ਲੰਮੀਆਂ ਲੱਗੀਆਂ ਨੇ ਔਰ ਉਹ ਇਸੇ ਇੰਤਜ਼ਾਰ 'ਚ ਨੇ ਕਦੋਂ ਇਹ ਜਿਹੜਾ ਜਾਮ ਖੁੱਲੇਗਾ ਤਾਂ ਆਪਣੇ ਜਿਹੜੇ ਡੈਜ਼ਿਗਨੇਸ਼ਨ ਤੇ ਪਹੁੰਚ ਸਕਣਗੇ। ਤਾਂ ਲੰਮੀਆਂ ਲਾਈਨਾਂ ਇਸ ਵਕਤ ਜ਼ਰੂਰ ਦਿਖਾਈ ਦੇ ਰਹੀਆਂ ਕਿਉਂਕਿ ਟਰਾਂਸਪੋਰਟ ਨਾਲ ਜੁੜੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਟਰੱਕ ਵੱਡੇ ਟਰੱਕ ਹੈ ਜਾਂ ਟਰਾਲੇ ਆ, ਕਿਉਂਕਿ ਉਹ ਲਿੰਕ ਰੋਡ ਤੇ ਚਲਾਉਣਾ ਉਹਨਾਂ ਲਈ ਕਾਫੀ ਵੱਡੀਆਂ ਦਿੱਕਤਾਂ ਨੇ ਕਿਉਂਕਿ ਲਿੰਕ ਰੋਡ ਇੰਨੇ ਜਿਹੜੇ ਹਾਈਵੇ ਜਿਹੜੇ ਹੈਵੀ ਵਹੀਕਲਸ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਮਰੱਥਾ ਦੇ ਯੋਗ ਨਹੀਂ ਹੁੰਦੇ, ਤਾਂ ਉਹਨਾਂ ਨਾਲ ਲੰਮਾ ਇੰਤਜ਼ਾਰ ਜਿਹੜਾ ਕਰਨਾ। ਔਰ ਕੁਝ ਲੋਕ ਜਿਹੜੇ ਕਈ ਘੰਟਿਆਂ ਤੋਂ ਜਿਹੜੇ ਇੱਥੇ ਆ ਕੇ ਖੱਜਲ ਖਵਾਰ ਹੋ ਰਹੇ ਨੇ। ਸਾਡੇ ਨਾਲ ਕੁਝ ਗੱਡੀਆਂ ਦੇ ਜਿਹੜੇ ਡਰਾਈਵਰਸ ਨੇ ਉਹ ਜੁੜੇ ਹੋਏ ਨੇ। ਸਰ, ਕਿੱਥੋਂ ਤੁਸੀਂ ਆਏ ਔਰ ਕਿੰਨੀ ਦੇਰ ਤੋਂ ਇੱਥੇ ਤੁਸੀਂ ਖੜੇ ਹੋ? ਉਹ ਰਿਟਨ ਲਿਆ, ਰਿਟਨ ਲੈਟਰ ਦਿੱਤਾ ਉਹਨਾਂ ਨੇ ਕਿ ਅਸੀਂ 15 ਦਿਨ ਦੇ ਵਿੱਚ ਉਹਨਾਂ ਤੇ ਕਾਰਵਾਈ ਕਰਾਂਗੇ। ਨਹੀਂ ਸਾਹਿਬ ਨਾਲ ਕੀ ਗੱਲਬਾਤ ਹੋਈ ਤੁਹਾਡੀ ਬਹਿ ਕੇ? ਦੇਖੋ, ਮੈਂ ਤਾਂ ਉਹੀ ਦੱਸ ਰਿਹਾ, ਮੈਂ ਉਹੀ ਪਿਆਰੋ ਗੱਲ ਦੱਸ ਰਿਹਾ ਕਿ ਉਹਨਾਂ ਨੇ ਬਾਕੀ ਜਿਹੜਾ ਮਸਲਾ ਸਾਡਾ ਅੰਦੋਲਨ ਸਾਡਾ ਜਾਰੀ ਹੈ, ਧਰਨਾ ਸਾਡਾ ਚੱਲੇਗਾ। ਯਾਨੀ ਜਿਹੜੇ ਸਥਾਨਕ ਮੁੱਦੇ ਨੇ ਉਹਨਾਂ ਤੇ ਸਹਿਮਤੀ ਹੋ ਗਈ। ਸਥਾਨਕ, ਹਾਂ, ਪੰਜਾਬ ਲੈਵਲ ਦੇ ਜਿਹੜੇ ਮੁੱਦੇ ਨੇ ਉਹ ਤੇ ਲੜਾਈ ਜਾਰੀ ਹੈ, ਲੇਕਿਨ ਜਿਹੜਾ ਸਥਾਨਕ ਮੁੱਦਾ ਹੈ, ਸਥਾਨਕ ਮੁੱਦੇ ਦੇ ਉੱਤੇ ਉਹਨਾਂ ਨੇ ਮਤਲਬ ਇੰਨੀ ਗੱਲ ਕੀਤੀ ਆ ਜੇ। ਬਾਕੀ ਅਸੀਂ ਜਿਹੜਾ ਧਰਨਾ ਹੈ ਉਹ ਸੋਚਦੇ ਆ ਵੀ ਇਹਨੂੰ ਕਿਹੜੇ ਰੂਪ ਚ ਬਦਲ ਕੇ ਚੱਲਣਾ। ਨਹੀਂ ਚੱਲੇਗੀ ਤੇ ਜਾਂ ਫਿਰ ਚੁੱਕਿਆ ਜਾਊਗਾ ਧਰਨਾ, ਇੱਕ ਸਾਈਡ ਤੇ ਰਹੇਗਾ ਧਰਨਾ? ਨਹੀਂ, ਧਰਨਾ ਸੁਣੋ ਮੇਰੀ ਗੱਲ, ਅਸੀਂ ਉਹਨਾਂ ਨੂੰ ਅਨਾਉਂਸਮੈਂਟ ਕਰ ਲੈਣ ਦਿਓ, ਸਭ ਤੋਂ ਪਹਿਲਾਂ ਮੈਥੋਂ ਨਾ ਬੁਲਾਓ ਕੋਈ ਗੱਲ ਨਹੀਂ। ਠੀਕ ਹੈ ਜੀ, ਬਿਲਕੁਲ। ਤਾਂ ਉਹਨਾਂ ਨੇ ਸਿੱਧੇ ਤੌਰ ਤੇ ਗੱਲ ਕਹੀ ਹੈ ਕਿ ਜਿਹੜੇ ਸਥਾਨਕ ਮੁੱਦੇ ਨੇ ਉਹਨਾਂ ਦੇ ਉੱਤੇ ਸਹਿਮਤੀ ਬਣੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਜੋ ਐਸਡੀਐਮ ਦੇ ਨਾਲ ਜੁੜਿਆ ਮੁੱਦਾ ਜਾਂ ਜ਼ਮੀਨ ਜਿਹੜੀ ਅਕਵਾਇਰ ਕੀਤੀ ਗਈ ਉਸ ਨੂੰ ਲੈ ਕੇ ਜਿਹੜਾ ਮੁੱਦਾ ਸੀ ਤਾਂ ਉਹ ਪਹਿਲਾਂ ਤੋਂ ਹੀ ਉਸ ਦੇ ਬਾਰੇ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ। ਤਾਂ ਡਿਪਟੀ ਕਮਿਸ਼ਨਰ ਨੇ ਨਿਊਜ਼ 18 ਦੇ ਉੱਤੇ ਪਹਿਲਾਂ ਤੋਂ ਹੀ ਇਹ ਸਭ ਕੁਝ ਸਪਸ਼ਟ ਕੀਤਾ। ਤਾਂ ਹੁਣ ਕੁਝ ਦੇਰ ਬਾਅਦ ਇਸ ਜਿਹੜਾ ਮੰਚ ਹੈ ਉਸ ਦੇ ਉੱਤੋਂ ਡੱਲੇਵਾਲ ਵੱਲੋਂ ਜੋ ਹੈ ਸੰਬੋਧਨ ਕੀਤਾ ਜਾਏਗਾ ਔਰ ਕੀ ਕੁਝ ਕਿਹਾ ਜਾਂਦਾ ਉਸ ਤੇ ਹੁਣ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਔਰ ਕੀ ਰੂਪਰੇਖਾ ਇਸ ਧਰਨੇ ਦੀ ਰਹਿਣ ਵਾਲੀ ਹੈ ਉਹ ਵੀ ਕੁਝ ਦੇਰ ਦੇ ਵਿੱਚ ਸਪਸ਼ਟ। ਸਵੇਰ ਦੀ ਰੋਟੀ ਨਹੀਂ ਪਾਣੀ ਖਾਦੀ ਕਿਸੇ ਨੇ, ਮੈਂ ਤੇ ਭੁੱਖ ਤਾਂ ਹੀ ਮਰੀ ਜਾਂਦੇ ਇੱਥੇ ਜੀ।
ਤਾਂ ਬਿਲਕੁਲ ਗੌਰਵ, ਵੱਡੀ ਪਰੇਸ਼ਾਨੀ ਜਿਹੜੀ ਇਸ ਵਕਤ ਜਿਹੜੇ ਟਰਾਂਸਪੋਰਟ ਤੇ ਜਿਹੜੇ ਟਰੱਕ ਵਗੈਰਾ ਚਲਾ ਰਹੇ ਨੇ ਜਾਂ ਕੋਈ ਵੱਡੀਆਂ ਗੱਡੀਆਂ, ਕਿਉਂਕਿ ਕਈ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਮਾਨ ਹੁੰਦਾ ਹੈ ਜਿਹੜਾ ਕਿ ਸਮੇਂ-ਸਮੇਂ ਤੇ ਜਿਹੜਾ ਭਾਵੇਂ ਉਹ ਦੁੱਧ ਦੀ ਸਪਲਾਈ ਹੋਵੇ ਜਾਂ ਹੋਰ ਚੀਜ਼ ਦੀ ਸਪਲਾਈ ਹੋਵੇ, ਉਸ ਨੂੰ ਸਮੇਂ ਸਿਰ ਪਹੁੰਚਾਉਣਾ ਹੁੰਦਾ, ਕਿਉਂਕਿ ਉਸ ਤੋਂ ਬਾਅਦ ਜਿਹੜਾ ਇਸ ਦੇ ਖਰਾਬ ਹੋਣ ਦੇ ਸ਼ੰਕੇ ਜ਼ਿਆਦਾ ਹੁੰਦੇ ਨੇ। ਤਾਂ ਉਸ ਨੂੰ ਲੈ ਕੇ ਵੀ ਜਿਹੜੇ ਵੱਡੀਆਂ ਦਿੱਕਤਾਂ ਆਉਂਦੀਆਂ ਨੇ। ਸਰ, ਕਦੋਂ ਦੇ ਤੁਸੀਂ ਇੱਥੇ ਖੜੇ ਹੋ ਔਰ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ? कितनी देर हो गई आपको खड़े? सर मैं 3-4 घंटे से खड़ा हूँ। मेरा कच्चा माल है, अगर खराब हो जाएगा तो ट्रांसपोर्टर बोलता है तुम्हारे नाम पे कटेगा। ट्रांसपोर्टर आपको क्या बोल रहा है कि आपके जिम्मे पड़ेगा ये सामान? हाँ, मेरे जिम्मे पड़ेगा। और 2 किलोमीटर पे KFC है, KFC में माल खाली करना है। वो बोल रहे नहीं आ पाओगे तो तुम्हारे नाम पे कटेगा। तो और सर, मालकों को बात की, मालकों से बात की आपने? सबसे बात कर रखी है, उन्होंने बोला है कि कैसे ਉਹਨਾਂ ਨਾਲ ਗੱਲ ਸਾਂਝੀ ਕਰ ਲੈਂਦੇ ਹੋ, ਫਿਰ ਮੈਂ ਤਾਂ ਤੁਹਾਡੇ ਵਿੱਚ ਖੜਾ, ਫਿਕਰ ਨਾ ਕਰਿਓ। ਪਲੀਜ਼ ਇੱਧਰ, ਪਲੀਜ਼ ਛੋਟੇ ਵੀਰ ਪਲੀਜ਼। ਤਾਂ ਬਿਲਕੁਲ ਗੌਰਵ, ਤੁਸੀਂ ਆਪ ਹੀ ਸੁਣਿਆ ਕਿ ਜਿਵੇਂ ਇਹਨਾਂ ਕੋਲੇ ਇਸ ਵਕਤ ਦੱਸ ਰਹੇ ਕਿ KFC 'ਚ ਉਹਨਾਂ ਨੇ ਆਪਣਾ ਸਮਾਨ ਜੀ, ਪਹੁੰਚਾਉਣਾ ਸੀ ਜੀ, ਔਰ ਕੱਚਾ ਮਾਲ ਹੈ ਜਿਸ ਨੂੰ ਕਿ ਲਗਾਤਾਰ ਇਸ ਚੀਜ਼ ਦਾ ਡਰ ਹੁੰਦਾ ਕਿ ਇਹ ਜਿਹੜਾ ਜਲਦੀ ਖਰਾਬ ਹੋ ਜਾਂਦਾ ਹੈ। ਤਾਂ ਮਾਲਕ ਕਿਤੇ ਨਾ ਕਿਤੇ ਇਹਨਾਂ ਨੂੰ ਡਰਾਈਵਰਾਂ ਤੇ ਵੀ ਜਿਹੜਾ ਪ੍ਰੈਸ਼ਰ ਪਾ ਰਿਹਾ ਕਿ ਤੁਸੀਂ ਸਮਾਨ ਜਿਹੜਾ ਪਹੁੰਚਦਾ ਕਰੋ, ਨਹੀਂ ਤਾਂ ਜਿਹੜੇ ਸਮਾਨ ਦਾ ਅਗਰ ਖਰਾਬ ਹੁੰਦਾ ਤਾਂ ਉਹ ਜ਼ਿੰਮੇਵਾਰੀ ਤੁਹਾਡੀ ਹੋਏਗੀ। ਤਾਂ ਇਹ ਜਿਹੜੇ ਮਜ਼ਦੂਰ ਹੈ ਜਾਂ ਜਿਹੜੇ ਲੇਬਰ ਕਲਾਸ ਹੈ, ਇਹਨਾਂ ਨੂੰ ਇੰਨੀ ਵੱਡੀ ਦਿੱਕਤ, ਇੰਨੀ ਪਰੇਸ਼ਾਨੀ ਇਸ ਵਕਤ ਆ ਰਹੀ ਹੈ ਕਿਉਂਕਿ ਕਿਸਾਨਾਂ ਨਾਲ ਲਗਾਤਾਰ ਗੱਲ ਕਰਦੇ ਨੇ ਕਿ ਸਾਨੂੰ ਥੋੜਾ ਰਾਹ ਦਿੱਤਾ ਜਾਵੇ। ਔਰ ਉਹਦੇ ਲਾਜ਼ਮੀ ਤੌਰ ਤੇ ਫਰੀਦਕੋਟ ਦੇ ਵਿੱਚ ਇਸ ਸਮੇਂ ਪਰੇਸ਼ਾਨੀ ਦੱਸ ਰਹੇ ਹਾਂ ਤੁਹਾਨੂੰ, ਅੰਮ੍ਰਿਤਸਰ ਲੈ ਕੇ ਚੱਲਦੇ ਹਾਂ। ਡੱਲੇਵਾਲ ਇਸ ਸਮੇਂ ਬੋਲ ਰਹੇ ਨੇ, ਕੀ ਕੁਝ ਕਹਿ ਰਹੇ ਨੇ ਸੁਣਦੇ ਹਾਂ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਘਪਲੇਬਾਜ਼ੀ ਕੀਤੀ ਹੈ ਔਰ ਜਿਸ ਤਰ੍ਹਾਂ ਦੀ ਧਾਂਦਲੀ ਕੀਤੀ ਹੈ, ਉਹਦਾ ਸਹੀ ਹੱਲ ਕਰਵਾਉਣ ਵਾਸਤੇ ਉਹਨਾਂ ਨੇ ਸਾਨੂੰ ਇੱਕ ਆਪਣੇ SDM ਸਾਹਿਬ ਆਏ ਨੇ ਨਾਲ, ਉਹਨਾਂ ਨੂੰ ਇੱਕ ਰਿਟਨ ਲੈਟਰ ਲਿਖ ਕੇ ਦੇ ਕੇ ਵਿਸ਼ਵਾਸ ਦੇ ਕੇ ਤੋਰਿਆ ਕਿ ਵੀ ਅਸੀਂ ਤੁਹਾਡਾ ਇੱਥੋਂ ਦਾ ਰਿਲੇਟਡ ਮੈਟਰ ਹੈ ਜਿਹੜਾ ਉਹ ਅਸੀਂ ਹੱਲ 15 ਦਿਨ ਦੇ ਵਿੱਚ ਮਤਲਬ ਚਿੱਠੀ ਲਿਖ ਕੇ ਦਿੱਤੀ ਹੈ ਕਿ ਹੱਲ ਹੋ ਗਿਆ ਤੁਹਾਡਾ। ਮੇਰੀ ਦੂਜੀ ਜਿਹੜੀ ਬੇਨਤੀ ਹੈ, ਉਹ ਜਿਹੜੇ ਤੁਹਾਡੇ ਇੱਥੋਂ ਦੇ ਰਿਲੇਟਡ ਇਸ਼ੂ ਸੀਗੇ, ਲੋਕਲ ਇਸ਼ੂ, ਉਹ ਭਾਵੇਂ ਹੱਲ ਹੋ ਗਏ, ਇਹਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਸਾਡੀ ਲੜਾਈ ਹੈ ਜਿਹੜੀ ਉਹ ਪੰਜਾਬ ਲੈਵਲ ਦੀ, ਪੰਜਾਬ ਸਰਕਾਰ ਵਾਲੇ ਇਸ਼ੂ ਦੇ ਉੱਤੇ ਉਹ ਜਾਰੀ ਹੈ। ਸਮਝ ਰਹੇ ਹੋ ਮੇਰੀ ਗੱਲ ਸਾਰੇ ਦੋਸਤੋ? ਸਮਝ ਰਹੇ ਹੋ? ਆ ਮਗਰ ਤਿੱਕਰ ਸਾਰੇ ਮੇਰੇ ਵੀਰ। ਹਾਂ, ਅੰਦੋਲਨ ਲੜਾਈ ਨਹੀਂ ਮੁੱਕੀ, ਉਹ ਲੜਾਈ ਜਾਰੀ ਹੈ ਜਿੰਨਾ ਚਿਰ ਪੂਰੇ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਜਿਹੜਿਆਂ ਨੂੰ ਲੈ ਕੇ ਆਪਾਂ ਚੱਲੇ ਆ। ਇਹਨਾਂ ਨੇ ਜਿਹੜੀਆਂ 7-8 ਮੰਗਾਂ ਆਪਣੇ ਕੋਲੋਂ ਲਈਆਂ, ਸਰਕਾਰ ਨੇ ਉਹਨਾਂ ਦੇ ਕੋਲੇ ਗਈਆਂ ਹੋਈਆਂ ਨੇ, ਜਿੰਨਾ ਚਿਰ ਉਹਨਾਂ ਦੇ ਉੱਤੇ ਜਿਵੇਂ ਮਿੱਲਾਂ ਦਾ ਮਸਲਾ ਹੈ, ਕੰਪਨਸੇਸ਼ਨ ਦਾ ਮਸਲਾ, ਜਿੰਨਾ ਚਿਰ ਉਹਦੇ ਤੇ ਗੱਲਬਾਤ ਨਹੀਂ ਹੁੰਦੀ, ਹੱਲ ਨਹੀਂ ਹੁੰਦਾ, ਉਨੀ ਦੇਰ ਤੱਕ ਸਾਡਾ ਇਹ ਪ੍ਰੋਟੈਸਟ ਜਾਰੀ ਹੈ। ਹਾਂ, ਇੱਕ ਗੱਲ ਜ਼ਰੂਰ ਅਸੀਂ ਸੋਚ ਰਹੇ ਹਾਂ, ਜਿਹੜੀ ਅਸੀਂ ਵਿਚਾਰ ਰਹੇ ਸੀਗੇ ਕਿ ਆਹ ਜਿਹੜੀ ਜਗ੍ਹਾ ਹੈ ਹਰਮੰਦਰ ਸਾਹਿਬ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਡਿਸਟਰਬ ਕਰਦੀ ਹੈ ਜਿੱਥੇ ਆਪਾਂ ਬੈਠੇ ਹਾਂ। ਆਹ ਤੁਸੀਂ ਜਿੰਨੇ ਮੇਰੇ ਵੀਰ ਬੈਠੇ ਹੋ, ਆਹ ਪੁਆਇੰਟ ਆ ਜਿਹੜਾ ਇਹ ਹਰਮੰਦਰ ਸਾਹਿਬ ਨੂੰ ਪ੍ਰਭਾਵਿਤ ਕਰਦਾ ਹੈ। ਇਸ ਗੱਲ ਨੂੰ ਲੈ ਕੇ ਕੀ ਤੁਸੀਂ ਐਗਰੀ ਹੋ ਇਸ ਗੱਲ ਨਾਲ ਕਿ ਆਪਾਂ ਆਹ ਜਿਹੜਾ ਪੁਆਇੰਟ ਹੈ ਤੁਹਾਡਾ ਮਸਲਾ ਹੱਲ ਹੋ ਗਿਆ, ਅੰਮ੍ਰਿਤਸਰ ਵਾਲਿਆਂ ਦਾ ਮਸਲਾ ਹੱਲ ਹੋ ਗਿਆ? ਇਹਦੇ ਤੇ ਮੇਰਾ ਖਿਆਲ ਹੈ ਤੁਸੀਂ ਸਾਡੀ ਇਸ ਰਿਕੁਐਸਟ ਦੇ ਨਾਲ ਐਗਰੀ ਹੋਵੋਗੇ ਕਿ ਆਪਾਂ ਇਸ ਪੁਆਇੰਟ ਨੂੰ ਅੱਗੇ ਅੱਜ ਰਾਤ ਆਪਾਂ ਇੱਥੇ ਹੀ ਲਾਵਾਂਗੇ। ਹਰਮੰਦਰ ਸਾਹਿਬ ਦੀ ਕੋਈ ਮਤਲਬ ਆਪਾਂ ਜਿਹੜਾ ਰਸਤਾ ਉਹਨੂੰ ਨਹੀਂ ਬਲੌਕ ਕਰਾਂਗੇ ਔਰ ਕੱਲ ਤਿੱਕਰ ਆਪਾਂ ਪੁਆਇੰਟ ਲੱਭ ਲੈਨੇ ਆ, ਇਹਨੂੰ ਛੱਡ ਕੇ ਆਪਾਂ ਕੋਈ ਉਸ ਪੁਆਇੰਟ ਦੇ ਉੱਤੇ ਬਾਕੀ ਅੰਦੋਲਨ ਜਿਸ ਤਰ੍ਹਾਂ ਚੱਲ ਰਿਹਾ ਉਹਨੂੰ ਅੰਦੋਲਨ ਨੂੰ ਮਜ਼ਬੂਤੀ ਦੇਣ ਵਾਸਤੇ ਉੱਥੇ ਬਲੌਕ ਵੱਡੀ ਪੱਧਰ ਦੇ ਉੱਤੇ ਕਿਸੇ ਹਾਈਵੇ ਨੂੰ, ਰੋਡ ਨੂੰ ਜਾਮ ਕਰਨ ਦਾ ਪ੍ਰੋਗਰਾਮ ਜੇ ਬਣਾਈਏ। ਸਾਰੇ ਐਗਰੀ ਹੋ ਇਸ ਗੱਲ ਨਾਲ? ਉਹ ਮਗਰ ਤਿੱਕਰ ਮੇਰੇ ਵੀਰ ਐਗਰੀ? ਫਿਰ ਇੱਕ ਵਾਰੀ ਅਗਰ ਇਹ ਕਰ ਲੈਨੇ ਆ ਤਾਂ ਸਾਰੇ ਐਗਰੀ ਹੋ, ਫਿਰ ਹੱਥ ਖੜੇ ਕਰਕੇ ਦਿਓ ਪ੍ਰਵਾਨਗੀ। ਹੁਣ ਜੋ ਗੱਲਬਾਤ ਹੋਈ ਹੈ, SDM ਸਾਹਿਬ ਆਏ ਨੇ, ਉਹ ਤੁਹਾਡੇ ਨਾਲ ਆ ਕੇ ਮਾਈਕ ਤੋਂ ਤੁਹਾਨੂੰ ਗੱਲ ਦੱਸ ਦੇਣਗੇ ਔਰ ਬਾਕੀ ਜਿਹੜਾ ਆਪਣਾ ਮੋਰਚਾ ਹੈ ਉਹ ਜਾਰੀ ਆ। ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਮਨਕਮਲ ਸਿੰਘ ਚਹਿਲ PCS SDM ਅੰਮ੍ਰਿਤਸਰ 1 ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਦੀ ਵੱਲੋਂ ਉਹਨਾਂ ਦੀ ਨੁਮਾਇੰਦਗੀ ਕਰਦਾ ਹੋਇਆ ਉਹਨਾਂ ਵੱਲੋਂ ਲਿਖੀ ਹੋਈ ਚਿੱਠੀ
ਜਿਹਦਾ ਸੰਬੋਧਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਕੀਤਾ ਗਿਆ ਹੈ, ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ। ਵਿਸ਼ਾ ਚਿੱਠੀ ਦਾ ਹੈ ਜੀ ਜਥੇਬੰਦੀ ਦੀਆਂ ਮੰਗਾਂ ਸੰਬੰਧੀ। ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਜਥੇਬੰਦੀ ਦੀਆਂ ਹੇਠ ਲਿਖੀਆਂ ਮੰਗਾਂ ਸੰਬੰਧੀ ਕੇਸ ਤਿਆਰ ਕਰਕੇ 2/12/2022 ਤੱਕ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਮੰਗ ਨੰਬਰ 1 के संबंधित अधिकारी खिलाफ पेंडिंग इंक्वायरी तुरंत सरकार ਨੂੰ ਭੇਜੀ ਜਾਏਗੀ। ਮੰਗ ਨੰਬਰ 2 ਰੋਡਵੇਜ਼ ਦੀ ਬੱਸ ਨਾਲ ਪਿੰਡ ਬਲਖੁਰਦ ਵਿਖੇ ਹੋਏ ਹਾਦਸੇ ਵਿੱਚ ਮਾਰੇ ਗਏ 2 ਕਿਸਾਨਾਂ ਨੂੰ ਬਣਦਾ ਮੁਆਵਜ਼ਾ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਹਲਕਾ ਮਜੀਠੇ ਵਿੱਚ ਮੰਗ ਨੰਬਰ 3 ਹਲਕਾ ਮਜੀਠੇ ਵਿੱਚ 2021 ਵਿੱਚ ਹੋਈ ਗੜੇਮਾਰੀ ਦੌਰਾਨ ਫਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਕੇਸ 2/12/2022 ਤੱਕ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਧੰਨਵਾਦ ਜੀ ਸਰ। ਮਾੜਾ ਜਿਹਾ ਮੈਨੂੰ ਸਾਡੇ ਕਿਸਾਨਾਂ ਨਾਲ ਪਲੀਜ਼ ਮਾੜਾ ਜਿਹਾ ਸਾਈਡ ਦੇ ਦਿਓ ਯਾਰ। ਉਹ ਸਾਡੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ, ਉਹਨਾਂ ਦੀ ਗੱਲ ਉਹਨਾਂ ਤੱਕ ਜਾਵੇ। ਸਮਝ ਆ ਗਈ ਗੱਲ ਸਾਰਿਆਂ ਨੂੰ ਦੋਸਤੋ? ਯਾਰ ਪਲੀਜ਼ ਮਾੜਾ ਜਿਹਾ ਇੱਕ ਵਾਰੀ ਪਲੀਜ਼ ਥਾਂ ਦੇ ਦਿਓ ਮੇਰੇ ਛੋਟੇ ਵੀਰ, ਪਲੀਜ਼ ਛੋਟੇ ਵੀਰ ਬਣ ਕੇ ਦੇਖੋ। ਹਾਂ, ਮੇਰੀ ਬੇਨਤੀ ਹੈ, ਗੱਲ ਸਾਰਿਆਂ ਨੂੰ ਸਮਝ ਆ ਗਈ ਨਾ ਕਿ 2/12 यानी 12वें महीने की 2 तरीक तक तुहाडे सारे दे सारे मसले आ जिहड़े वो हल हो जाएंगे। ठीक है? क्यों भी दोस्तों, हाथ खड़े करके प्रवानगी दिओ भला जो खुश हो तो जकारा भी ला के दस दो यार। एक पूरे खुश हो सारे, कोई नाराजता नहीं, सारे बागू बाग हो। मेहरबानी, शुक्रिया। ਹੁਣ ਤੁਹਾਡੀ ਰੋਟੀ ਪਾਣੀ ਆਇਆ ਕਿ ਨਹੀਂ ਆਇਆ ਇੱਥੇ ਜੇ? ਕੋਈ ਆਪਣੇ ਗੱਦੇ ਵਗੈਰਾ ਗਦੈਲੇ ਰਜਾਈਆਂ ਆ ਗਏ ਤੇ ਅਸੀਂ ਆਗੂ ਸਾਰਿਆਂ ਨਾਲ ਬੈਠ ਕੇ ਹੁਣ ਵਿਚਾਰ ਚਰਚਾ ਕਰਕੇ ਅਗਲੀ ਗੱਲ ਹੈ ਜਿਹੜੀ ਕਿ ਆਪਾਂ ਇਹਨੂੰ ਕਿਵੇਂ ਕਿੱਥੇ ਕਿਹੜਾ ਪੁਆਇੰਟ, ਕਿਉਂਕਿ ਬਾਕੀ ਜਿਹੜਾ ਧਰਨਾ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ 7 ਥਾਵਾਂ ਦੇ ਉੱਤੇ ਧਰਨਾ ਚੱਲ ਰਿਹਾ ਹੈ। 6 ਥਾਵਾਂ ਤੇ 6ਵਾਂ ਤੁਹਾਡਾ ਹੈ। ਇਹਨੂੰ ਉਹਨਾਂ ਉਹ ਧਰਨਿਆਂ ਦੀ ਮਜ਼ਬੂਤੀ ਵਾਸਤੇ ਇਹਦੀ ਸਿਰਫ ਆਪਾਂ ਸ੍ਰੀ ਹਰਮੰਦਰ ਸਾਹਿਬ ਨੂੰ ਧਿਆਨ 'ਚ ਰੱਖ ਕੇ ਇਹ ਮੇਰੀ ਬੇਨਤੀ ਹੈ ਕਿ ਯਾਰ ਆਸਥਾ ਹੈ, ਗੁਰੂ ਨਾਲ ਤਾਂ ਆਪਾਂ ਵੀ ਸਾਰੇ ਜੁੜੇ ਹਾਂ, ਸਾਰੀ ਜਨਤਾ ਗੁਰੂ ਨਾਲ ਜੁੜੀ ਹੋਈ ਹੈ, ਹਰ ਇੱਕ ਦੇ ਅੰਦਰ ਭਾਵਨਾ ਹੈ। ਆਪਾਂ ਆਪਣੀ ਇੱਕ ਮੁਸ਼ਕਲ ਆਈ, ਸਮੱਸਿਆ ਆਈ, ਆਪਾਂ ਨਹੀਂ ਸੀ ਚਾਹੁੰਦੇ ਕਿ ਸਤਿਗੁਰਾਂ ਦੇ ਰਸਤੇ ਨੂੰ ਰੋਕ ਕੇ ਬੈਠਿਆ ਜਾਂਦਾ, ਪਰ ਤੁਸੀਂ ਮਜਬੂਰੀ ਸੀ ਤੁਹਾਡੀ। ਕੁਝ ਮੇਰੀਆਂ ਵੀ ਇਹੋ ਜਿਹੀਆਂ ਗੱਲਾਂ ਸੀਗੀਆਂ ਕਿ ਮੈਨੂੰ ਇਸ ਰਸਤੇ ਦਾ ਵੀ ਨਹੀਂ ਸੀ ਪਤਾ ਵੀ ਇਹ ਰਸਤਾ ਕਿੱਥੋਂ ਕਿੱਧਰ ਕਿਵੇਂ ਕਿਹੜੇ ਏਰੀਆ ਨੂੰ ਪ੍ਰਭਾਵਿਤ ਕਰਦਾ। ਮੈਂ ਸੱਚੀ ਗੱਲ ਦੱਸਦਾ। ਤੋਂ ਇਹਦੇ ਚੋਂ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਨੇ ਹੁਣ, ਉਹ ਸਾਰੀਆਂ ਦੇ ਵਿੱਚੋਂ ਇਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਰਸਤਾ, ਧਾਰਮਿਕ ਸਥਾਨ ਜਿੱਥੇ ਹਰ ਵਿਅਕਤੀ ਜਾ ਕੇ ਨਤਮਸਤਕ ਹੁੰਦਾ ਹੈ, ਉੱਥੇ ਦਾ ਰਸਤਾ ਮੇਰਾ ਖਿਆਲ ਹੈ ਆਪਾਂ ਨੂੰ ਬਦਲ ਕੇ ਕਿਸੇ ਹੋਰ ਪੁਆਇੰਟ ਨੂੰ ਅਸੀਂ ਸਿਲੈਕਟ ਕਰਾਂਗੇ, ਜਿੱਥੇ ਜਾ ਕੇ ਅੱਗੇ ਆਪਾਂ ਬਾਕੀ ਲੜਾਈ ਹੈ ਜਿਹੜੀ ਉਹ ਉਸ ਪੁਆਇੰਟ ਤੇ ਜਾ ਕੇ ਲੜਾਂਗੇ। ਠੀਕ ਹੈ ਸਾਰੇ? ਲਾਇਓ ਜਕਾਰਾ ਫਿਰ। ਆ ਜਿਹੜੀ ਚਿੱਠੀ ਆ ਇਹ ਆਪਣੇ ਕੋਲੇ ਆ, ਤੁਹਾਡੇ ਜ਼ਿਲ੍ਹੇ ਦੀ ਟੀਮ ਦੇ ਕੋਲੇ ਰਹੇਗੀ। ਅਗਰ ਇਹ ਵੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਇੱਥੋਂ ਕਹਿ ਕੇ ਗਿਆ ਸੀ ਵੀ ਅਗਰ ਕੋਈ ਉਹੋ ਜੀ ਗੱਲ ਹੋਏਗੀ ਤਾਂ ਭਾਵੇਂ ਮਰਨ ਵਰਤ ਤੇ ਵੀ ਬੈਠਣਾ ਪਵੇ ਤਾਂ ਫਿਰ ਪਿੱਛੇ ਨਹੀਂ ਹਟਾਂਗੇ। ਔਰ ਉਹਨਾਂ ਨੇ ਇਹ ਮੈਂ ਉੱਥੇ ਵੀ ਕਹੇ ਹੈ, ਡੀਸੀ ਸਾਹਿਬ ਨੂੰ, ਆਈਜੀ ਸਾਹਿਬ ਨੂੰ ਵੀ ਮੈਂ ਕਹਿ ਕੇ ਆਇਆ ਵੀ ਦੇਖਿਓ ਅਗਰ ਕਿਤੇ ਕੋਈ ਗੜਬੜ ਹੁੰਦੀ ਹੈ ਤਾਂ ਫਿਰ ਅਗਲਾ ਪ੍ਰੋਗਰਾਮ ਮਰਨ ਵਰਤ ਤੱਕ ਜਾਣਾ ਪਏਗਾ। ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਇਹ ਸਾਡੇ ਲੋਕਾਂ ਦੇ ਇਨਸਾਫ ਦੀ ਲੜਾਈ ਜਿਹੜੀ ਲੜ ਰਹੇ ਹਾਂ ਉਹਨੂੰ ਜਿੱਤੇ ਬਿਨਾ ਪਿੱਛੇ ਕਦੇ ਹਟੇ ਨਹੀਂ ਤੇ ਨਾ ਹਟੀਏ। ਤੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਨਹੀਂ ਉੱਥੋਂ ਤੱਕ ਅਸੀਂ ਜਾਣ ਹੀ ਨਹੀਂ ਦੇਣਾ, ਉਦੋਂ ਪਹਿਲਾਂ ਤੁਹਾਡੇ ਇਸ ਮਸਲੇ ਦਾ ਹੱਲ ਕਰ ਦਿਆਂਗੇ। ਠੀਕ ਆ ਦੋਸਤੋ? ਹੁਣ ਸਤਿ ਸ੍ਰੀ ਅਕਾਲ। ਕੱਲ ਨੂੰ ਇੱਕ ਬੇਨਤੀ ਮੇਰੀ ਮੰਨ ਲਿਓ। ਹੁਣ ਦੇਖੋ ਤੁਹਾਡੀ ਖਾਤਰ ਤੁਹਾਡਾ ਇਹਨਾਂ ਦਾ ਲਾਂਭਾ ਸੀ ਵੀ ਪ੍ਰਧਾਨ ਜੀ ਤੁਸੀਂ ਸਾਡੇ ਇਸ ਮੋਰਚੇ ਦੇ ਵਿੱਚ ਅਗਰ ਆਓਗੇ ਸਾਡੇ ਮਸਲੇ ਦਾ ਹੱਲ ਹੋਏਗਾ, ਮੈਂ ਤੁਹਾਡੇ ਵਿੱਚ ਖੜਾ। ਠੀਕ ਹੈ? ਰਾਤ ਵੀ ਤੁਹਾਡੇ ਵਿੱਚ ਹੀ ਗੁਜ਼ਾਰਨੀ ਹੈ। ਪਰ ਮੇਰੀ ਇੱਕ ਬੇਨਤੀ ਹੈ ਕਿ ਕੱਲ ਨੂੰ ਜਿਹੜਾ ਵੀ ਪੁਆਇੰਟ ਆਪਾਂ ਪਾਸ ਕਰਦੇ ਆ, ਸਿਲੈਕਟ ਕਰਦੇ ਆ, ਬੰਦ ਕਰਨ ਦਾ ਬਣਦਾ, ਉੱਥੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੰਨਾ ਜ਼ੋਰ ਲਾ ਦਿਓ ਕਿ ਉੱਥੇ ਅੰਮ੍ਰਿਤਸਰ ਦੇ ਕਿਸਾਨ ਹੀ ਕਿਸਾਨ ਦਿਸਣੇ ਚਾਹੀਦੇ। ਠੀਕ ਹੈ ਸਾਰੇ?
ਆ ਲਓ ਪ੍ਰਧਾਨ ਜੀ ਹੈਲੀਕਾਪਟਰ ਆ ਜਾ ਤਾਂ ਧਰਨਾ ਜਾਰੀ ਰਹੇਗਾ, ਪਰ ਦੂਜੇ ਪਾਸੇ ਜੋ ਰਾਹ ਬੰਦ ਕੀਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਉਸ ਨੂੰ ਖੋਲਣ ਨੂੰ ਲੈ ਕੇ ਸਹਿਮਤੀ ਜ਼ਰੂਰ ਬਣ ਗਈ ਹੈ। ਔਰ ਜਿਹੜੇ ਅਧਿਕਾਰੀਆਂ ਦੇ ਨਾਲ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਤੇ ਉਸ ਗੱਲਬਾਤ ਦੇ ਵਿੱਚ ਜਿਹੜੇ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੇ ਲੈਵਲ ਦੇ ਮੁੱਦੇ ਸੀ ਉਹਨਾਂ ਨੂੰ ਤਾਂ ਉੱਥੇ ਹੀ ਹੱਲ ਕਰਨ ਦੀ ਕੋਸ਼ਿਸ਼ ਹੋਈ ਹੈ। ਉਹਨਾਂ ਦੇ ਵਿੱਚ ਇੱਕ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਸੀ। ਇੱਕ ਹਾਦਸਾ ਹੋਇਆ ਸੀ, ਉਸ ਦੇ ਵਿੱਚ 2 ਕਿਸਾਨਾਂ ਦੀ ਮੌਤ ਹੋਈ ਸੀ, ਉਸ ਦੇ ਵਿੱਚ ਮੁਆਵਜ਼ੇ ਦੀ ਮੰਗ ਸੀ। ਗਿਰਦੌਰੀ ਦਾ ਮਸਲਾ ਸੀ ਕਿ ਜਦੋਂ ਫਸਲ ਖਰਾਬ ਹੋਈ ਹੈ ਗੜੇਮਾਰੀ ਦੀ ਵਜ੍ਹਾ ਦੇ ਨਾਲ ਉਹ ਵੀ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ। ਤਾਂ ਉਹ ਸਾਰੀਆਂ ਮੰਗਾਂ ਦੇ ਉੱਤੇ ਤਾਂ ਗੌਰ ਕੀਤਾ ਜਾਏਗਾ। ਖੈਰ ਜਿਹੜੇ ਸਟੇਟ ਲੈਵਲ ਦੇ ਇਸ਼ੂਜ਼ ਨੇ, ਜਿਹੜੇ ਸੂਬਾ ਲੈਵਲ ਦੇ ਇਸ਼ੂਜ਼ ਨੇ, ਉਹਨਾਂ ਨੂੰ ਲੈ ਕੇ ਜ਼ਰੂਰ ਸਰਕਾਰ ਤੱਕ ਕਿਸਾਨਾਂ ਦੀ ਗੱਲ ਪਹੁੰਚਾਉਣ ਦਾ ਜ਼ਿਕਰ ਹੋ ਰਿਹਾ ਹੈ। ਖੈਰ ਜਗਜੀਤ ਸਿੰਘ ਡੱਲੇਵਾਲ ਬੋਲ ਰਹੇ ਸੀ ਤੇ ਉਹਨਾਂ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਇਸ ਥਾਂ ਤੋਂ ਭੰਡਾਰੀ ਪੁਲ ਤੋਂ ਧਰਨਾ ਖਤਮ ਕਰਾਂਗੇ, ਜਿਹੜਾ ਰਾਹ ਉਸ ਨੂੰ ਬਹਾਲ ਕਰ ਦੇਵਾਂਗੇ ਕਿਉਂਕਿ ਦਰਬਾਰ ਸਾਹਿਬ ਨੂੰ ਇੱਥੋਂ ਹੀ ਹੋ ਕੇ ਸੰਗਤ ਜਾਂਦੀ ਹੈ, ਇਸ ਕਰਕੇ ਜ਼ਰੂਰੀ ਹੈ। ਇੱਥੇ ਇਹ ਉਹ ਜ਼ਿਕਰ ਕਰ ਗਏ ਕਿ ਕਿਸੇ ਹੋਰ ਪੁਆਇੰਟ ਦੇ ਉੱਤੇ ਜ਼ਰੂਰ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਜੇਕਰ ਉਹਨਾਂ ਦੀਆਂ ਮੰਗਾਂ ਦੇ ਵੱਲ ਅੱਗੇ ਗੌਰ ਨਹੀਂ ਕੀਤਾ ਜਾਂਦਾ। ਖੈਰ ਜਦੋਂ ਧਰਨੇ ਪ੍ਰਦਰਸ਼ਨ ਦੀ ਵਜ੍ਹਾ ਦੇ ਨਾਲ ਹਜ਼ਾਰਾਂ ਲੱਖਾਂ ਲੋਕ ਦਿੱਕਤਾਂ ਮਹਿਸੂਸ ਕਰਨ ਔਰ ਕਰੀਬ 3-4 ਘੰਟੇ ਪ੍ਰਸ਼ਾਸਨ ਨੂੰ ਲੱਗ ਜਾਣ ਇਸ ਜਾਮ ਨੂੰ ਖਲਵਾਉਣ ਦੇ ਲਈ, ਕਿਸਾਨਾਂ ਦੇ ਨਾਲ ਸਹਿਮਤੀ ਬਣਾਉਣ ਦੇ ਲਈ, ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ ਹੋ ਚੱਲਿਆ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਅਹਿਮ ਖਬਰਾਂ ਦੇ।